कोरोना वायरस का कहर लगातार बढ़ता जा रहा है। केस लगातार बढ़े हैं। अज की गल करिए तो मोहाली दे विच 4 नवे केस आए हैं, जिस दे नाल संख्या सिर्फ मोहाली दे विच ही 61 हो गई है। पूरे पंजाब की गल करिए तो संख्या 238 जी हो गई है। तो ये आंकड़े हर घंटे बाद जिमें नवी रिपोर्ट आती है वो बदल रहे हैं। हालांकि सरकार वालों कल तो कुछ रिलैक्सेशन दी जानी है। कई उद्योगों के विच कई राशन के विच या हाईवे के जो ढाबे हैं, स्कूल कॉलेज दी किसी ने बुक्स लैनियां हैं, आटे की चक्की है, उन्होंने राहत दी गई है। लेकिन ये राहत उन्होंने लागू नहीं होएगी ਜਿਹੜੇ ਰੈੱਡ ਜ਼ੋਨ ਦੇ ਵਿੱਚ ਆਉਂਦੇ ਹਨ ਜਾਂ ਹੌਟਸਪੌਟ ਹਨ ਜਾਂ ਜਿਨ੍ਹਾਂ ਦੇ ਵਿੱਚ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਪੰਜਾਬ ਨੂੰ ਖਾਸ ਕਰਕੇ ਮਾਰ ਸਿਰਫ ਕਰੋਨਾ ਦੀ ਨਹੀਂ ਪੈ ਰਹੀ ਹੈ, ਬਲਕਿ ਕਿਸਾਨਾਂ ਨੂੰ ਦੋਹਰੀ ਮਾਰ ਸਹਿਣੀ ਪੈ ਰਹੀ ਹੈ, ਕਿਉਂਕਿ 2 ਦਿਨਾਂ ਤੋਂ ਪਿਛਲੇ ਮੀਂਹ ਚੱਕੜ ਜਿਹੜਾ ਹੈ ਉਹ ਉਸ ਦੇ ਕਾਰਨ ਫਸਲਾਂ ਖਰਾਬ ਹੋਈਆਂ ਹਨ। ਇਸ ਵੇਲੇ ਅਸੀਂ ਖਰੜ ਮੰਡੀ ਦੇ ਵਿੱਚ ਖੜੇ ਹਾਂ। ਇਹ ਖਰੜ ਮੰਡੀ ਦੀਆਂ ਤਸਵੀਰਾਂ ਹਨ, ਕਿਉਂਕਿ ਇੱਕ ਪਾਸੇ ਕਿਸਾਨ ਇਸ ਕਰਕੇ ਪਰੇਸ਼ਾਨ ਹਨ ਕਿਉਂਕਿ ਪਾਸ ਸਿਸਟਮ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ, ਜਿਸ ਦੇ ਨਾਲ ਕਿਸਾਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿਉਂਕਿ ਉਹਨਾਂ ਨੂੰ ਪਾਸ ਪੂਰੇ ਤਰੀਕੇ ਨਾਲ ਨਹੀਂ ਪਹੁੰਚ ਰਹੇ ਕਿ ਉਹ ਵਾਢੀ ਕਰਨ ਕਿ ਨਾ ਕਰਨ। ਕਿਉਂਕਿ ਅਗਰ ਵਾਢੀ ਕਰਦੇ ਹੈ ਤਾਂ ਉਹਨਾਂ ਕੋਲ ਸਟੋਰੇਜ ਵਾਸਤੇ ਆਪਣੀ ਜਗ੍ਹਾ ਨਹੀਂ ਹੈ, ਸਿੱਧਾ ਮੰਡੀਆਂ ਦੇ ਵਿੱਚ ਉਹ ਕਣਕ ਲਿਆ ਨਹੀਂ ਸਕਦੇ। ਤੇ ਜੇ ਨਹੀਂ ਕਰਦੇ ਤਾਂ ਮੀਂਹ ਦੇ ਨਾਲ ਜਾਂ ਜੋ ਹਵਾਵਾਂ ਤੇਜ਼ ਚੱਲ ਰਹੀਆਂ ਹਨ ਉਸ ਦੇ ਨਾਲ ਵੀ ਫਸਲ ਖਰਾਬ ਹੋ ਰਹੀ ਹੈ। ਖਰੜ ਮੰਡੀ ਵਿੱਚ ਹਾਲਾਂਕਿ ਖਰੀਦ ਪਿਛਲੇ ਦਿਨਾਂ ਤੋਂ ਜਾਰੀ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਬਰਸਾਤ ਹੋਈ ਹੈ, ਕਿਸ ਤਰੀਕੇ ਦਾ ਨੁਕਸਾਨ ਜਿਹੜਾ ਪਿੰਡਾਂ ਦੇ ਵਿੱਚ ਹੈ, ਗੱਲਬਾਤ ਕਰਦੇ ਹਾਂ। ਸਰ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਪਿੰਡ ਘਟੌਰ ਹੈ ਜੀ। ਸਰ, ਜਿਸ ਤਰੀਕੇ ਦੇ ਨਾਲ ਬਰਸਾਤ ਹੋਈ ਹੈ, ਝੱਖੜ ਮੀਂਹ ਦੇ ਨਾਲ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ? ਦੇਖੋ, ਨੁਕਸਾਨ ਤਾਂ ਇੱਕ ਤਾਂ ਵਾਢੀ ਲੇਟ ਹੋ ਗਈ ਹੈ ਜੀ। ਅੱਗੇ ਵੀ ਮੀਂਹ ਦੱਸਿਆ, ਪਤਾ ਨਹੀਂ ਕਦ ਚੱਲੂਗੀ। ਹੁਣ ਉਸ ਦਿਨ ਟਰਾਲੀਆਂ ਵੀ ਭਿੱਜ ਗਈਆਂ ਕਾਫੀ। ਅੱਜ ਮੰਡੀ 'ਚੋਂ 1-2 ਟਰਾਲੀ ਵਾਪਸ ਵੀ ਕਰਤੀ ਆੜ੍ਹਤੀਆਂ ਨੇ, ਕਹਿੰਦੇ ਗਿੱਲੀ ਹੈ। ਤੇ ਨੁਕਸਾਨ ਤਾਂ ਦੇਖੋ ਹੈ ਹੀ ਹੈ ਜੀ। ਸਾਰੀ ਕਣਕ ਜਿਹੜੀ ਥ੍ਰੈਸ਼ਰਾਂ ਨਿਕਲਣੀ, ਭਾਰ ਗਿੱਲੇ ਹੋ ਗਏ। ਉਹ ਜਦ ਤੱਕ ਧੁੱਪ ਨਹੀਂ ਨਿਕਲਦੀ ਚੰਗੀ ਤਰ੍ਹਾਂ ਉਹ ਕੰਮ ਸਟਾਰਟ ਨਹੀਂ ਹੋ ਸਕਦਾ। ਹੋਰ ਵੀ ਸਮੱਸਿਆਵਾਂ ਲਗਾਤਾਰ ਆ ਰਹੀਆਂ, ਚਾਹੇ ਉਹ ਲੇਬਰ ਦੀ ਹੋਵੇ ਚਾਹੇ ਪਾਸ ਦੀ ਹੋਵੇ। ਤਾਂ ਨਾਰਮਲ ਚੱਲਦੇ ਰਹੇ ਜੀ। ਲੇਬਰ ਇਸ ਵਾਰ ਆਈ ਹੋ ਨਹੀਂ, ਯੂਪੀ ਬਿਹਾਰ ਵਾਲੀ ਜਿਹੜੀ ਲੇਬਰ ਆਉਂਦੀ ਹੈ ਉਹ ਪਿੰਡਾਂ ਦੇ ਮੁੰਡੇ ਇਕੱਠੇ ਹੋ ਕੇ ਕੰਮ ਕਰ ਰਹੇ ਆ। ਉਹ ਇੱਦਾਂ ਹੀ ਚਲਾ ਰਹੇ ਜੀ ਥੋੜ੍ਹਾ ਬਹੁਤਾ। ਤੇ ਜਿਨ੍ਹਾਂ ਦੀ ਇੱਥੋਂ ਟਰਾਲੀਆਂ ਵਾਪਸ ਭੇਜੀਆਂ ਗਈਆਂ ਉਹਨਾਂ ਨੂੰ ਕੀ ਕਿਹਾ ਗਿਆ ਕਿ ਉਹ ਵਾਪਸ ਵੀ ਆਪਣੇ ਘਰੇ ਉਤਾਰ ਲਓ ਜੀ, ਜਦੋਂ ਸੁੱਕੂਗੀ ਫਿਰ ਲੈ ਕੇ ਆਇਓ। ਕਿਉਂਕਿ ਬਾਰਿਸ਼ ਇੱਕਦਮ ਆ ਗਈ ਹੈ, ਇੰਨਾ ਟਾਈਮ ਮਿਲਿਆ ਨਹੀਂ ਹੈਗਾ ਅੰਦਰ ਕਰਨ ਦਾ। ਜਗ੍ਹਾ ਵੀ ਹੈ, ਕਿਸੇ ਕੋਲ ਨਹੀਂ ਹੈ। ਦਿੱਕਤਾਂ ਤਾਂ ਸਾਰੇ ਪਾਸੇ ਹੀ ਹੈਗੀਆਂ ਨੇ। ਬਿਲਕੁਲ, ਤੁਸੀਂ ਸੁਣਿਆ ਕਿ ਮੰਡੀ ਦੇ ਵਿੱਚੋਂ ਵੀ ਕਈ ਟਰਾਲੀਆਂ ਜਿਹੜੀਆਂ ਹਨ ਉਹ ਵਾਪਸ ਭੇਜੀਆਂ ਗਈਆਂ ਹਨ ਕਿਉਂਕਿ ਕਣਕ ਗਿੱਲੀ ਸੀ। ਇਸ ਦੇ ਵਿੱਚ ਸਮੱਸਿਆ ਵੱਡੀ ਇਹ ਵੀ ਆ ਰਹੀ ਹੈ ਕਿ ਹੁਣ ਕਿਸਾਨਾਂ ਨੂੰ ਵੱਡੀ ਮੁਸ਼ਕਲ ਹੈ ਕਿ ਕਣਕ ਜਿਹੜੀ ਉਹਨਾਂ ਨੇ ਕੱਟ ਲਈ ਹੈ, ਕਣਕ ਗਿੱਲੀ ਹੋ ਗਈ ਹੈ, ਮੰਡੀਆਂ ਦੇ ਵਿੱਚ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤੇ ਉਹ ਕਣਕ ਵੀ ਕਿੱਥੇ ਰੱਖਣਗੇ। ਯਾਨੀ ਕਿ ਦੋਹਰੀ ਮਾਰ ਪੈ ਰਹੀ ਹੈ ਇੱਥੇ, ਜਿੱਥੇ ਆਮ ਲੋਕਾਂ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ, ਆਪਣੇ ਘਰਾਂ ਦੇ ਵਿੱਚ ਰਹਿਣ। ਤੇ ਸਿਰਫ ਇਹ ਨਾ ਹੋਵੇ ਕਿ ਉਹ ਸਰਕਾਰਾਂ ਦੇ ਉੱਪਰ ਡਿਪੈਂਡ ਹੋਣ ਕਿ ਸਰਕਾਰ ਕੋਈ ਸਖਤ ਰੂਲ ਲਾਏਗੀ ਤਾਂ ਹੀ ਅਸੀਂ ਘਰੇ ਬੈਠਣਾ ਹੈ। ਸਰਕਾਰਾਂ ਨੂੰ ਕਿਸਾਨਾਂ ਦੀ ਵੀ ਚਿੰਤਾ ਕਰਨੀ ਹੈ ਤੇ ਜ਼ਾਹਿਰ ਜੀ ਗੱਲ ਹੈ, ਜ਼ਰੂਰੀ ਵੀ ਹੈ ਕਿ ਜਿਹੜੇ ਕਿਸਾਨਾਂ ਨੂੰ ਮਾਰ ਪੈ ਰਹੀ ਹੈ ਉਸ ਦਾ ਖਿਆਲ ਸਰਕਾਰ ਜਿਹੜੀ ਹੈ ਜ਼ਰੂਰ ਰੱਖੇ ਤੇ ਕਰੋਨਾ ਵਾਇਰਸ ਤੋਂ ਵੀ ਜਿਹੜਾ ਹੈ ਉਹਨਾਂ ਨੂੰ ਬਚਾਇਆ ਜਾ ਸਕੇ। ਕੈਮਰਾਮੈਨ ਸੁਮਿਤ ਕਲੇਰ ਦੇ ਨਾਲ ਨਵੀਨ ਸੇਠੀ, PTC ਨਿਊਜ਼, ਖਰੜ ਮੰਡੀ। ਅਸੀਂ ਖੜੇ ਹਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ। ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਕਣਕ ਦੀ ਖਰੀਦ ਵੀ ਚੱਲ ਰਹੀ ਹੈ। ਮੰਡੀ ਦੇ ਵਿੱਚ ਕਿੱਦਾਂ ਦੇ ਪ੍ਰਬੰਧ ਨੇ, ਥੋੜ੍ਹਾ ਜਿਹਾ ਉਹਦਾ ਜਾਇਜ਼ਾ ਲੈਂਦੇ ਹਾਂ। ਕਰੋਨਾ ਵਾਇਰਸ ਕਰਕੇ ਕਿਸਾਨ ਹਜੇ ਮੰਡੀ 'ਚ ਘੱਟ ਆ ਰਹੇ ਨੇ, ਜਾਂ ਇਹ ਕਹਿ ਲਓ ਵੀ ਸਰਕਾਰ ਵੱਲੋਂ ਹਜੇ ਕੂਪਨ ਦਿੱਤੇ ਨਹੀਂ ਜਾ ਰਹੇ ਕਿਸਾਨਾਂ ਨੂੰ। ਅੱਜ ਦਿਖਾਉਂਦੇ ਹਾਂ, ਕੱਲ੍ਹ ਬਾਰਿਸ਼ ਵੀ ਹੋ ਕੇ ਹਟੀ ਹੈ। ਕਿਹੋ ਜਿਹੇ ਪ੍ਰਬੰਧ ਨੇ ਤੁਸੀਂ ਦੇਖ ਸਕਦੇ ਹੋ। ਇਹ ਕਣਕ ਦੀਆਂ ਬੋਰੀਆਂ ਜਿਹੜੀਆਂ ਰੱਖੀਆਂ ਗਈਆਂ ਨੇ, ਸਟੋਰ ਕੀਤੀਆਂ ਗਈਆਂ। ਬਾਰਿਸ਼ ਹੋ ਕੇ ਹਟੀ ਹੈ, ਲੇਕਿਨ ਇਹਨਾਂ ਦੇ ਥੱਲੇ ਕੋਈ ਵੀ ਪੈੜ ਨਹੀਂ ਰੱਖੀ ਗਈ, ਲੱਕੜ ਦੇ ਕੋਈ ਗੁਟਕੇ ਨਹੀਂ ਰੱਖੇ ਗਏ ਤਾਂ ਕਿ ਪਾਣੀ ਥੱਲੇ 'ਚ ਨਿਕਲ ਜੇ। ਥੱਲੜੀ ਬੋਰੀ ਜਿਹੜੀ ਹੈਗੀਆਂ ਦੇਖੋ, ਗਿੱਲੇ ਦੇ ਨਿਸ਼ਾਨ ਹਜੇ ਤੱਕ ਸਾਫ਼ ਦੇਖੇ ਜਾ ਰਹੇ ਨੇ। ਇਹ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਪ੍ਰਬੰਧ। ਤੁਸੀਂ ਖੁਦ ਦੇਖ ਸਕਦੇ ਹੋ ਥੱਲੇ ਜਿਹੜੀ ਹੈ ਬੋਰੀਆਂ ਨੂੰ ਪਾਣੀ ਲੱਗਿਆ। ਕਿਸਾਨ ਨੂੰ ਤਾਂ ਜ਼ਰੂਰ ਕਿਹਾ ਜਾਂਦਾ ਵੀ ਫਸਲ ਮੰਡੀ ਦੇ ਵਿੱਚ ਸੁੱਕੀ ਲੈ ਕੇ ਜਾਓ। ਜੇਕਰ ਫਸਲ ਮੰਡੀ 'ਚ ਪਈ ਗਿੱਲੀ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ? ਜੇਕਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਵਿੱਚ ਇੱਦਾਂ ਦੇ ਪ੍ਰਬੰਧ ਨੇ ਤੇ ਪੰਜਾਬ ਦੀ ਬਾਕੀ ਮੰਡੀਆਂ ਦੇ ਪ੍ਰਬੰਧ ਕਿੱਦਾਂ ਦੇ ਹੋਣਗੇ? ਹੁਣ ਇੱਥੇ ਕੁਝ ਕਿਸਾਨ ਵੀਰ ਮੌਜੂਦ ਨੇ, ਉਹਨਾਂ ਤੋਂ ਵੀ ਪੁੱਛ ਲੈਂਦੇ ਹਾਂ ਵੀ ਮੰਡੀਆਂ ਦੇ ਕਿਹੋ ਜਿਹੇ ਪ੍ਰਬੰਧ ਨੇ, ਸਰਕਾਰ ਨੇ ਕੀ ਪ੍ਰਬੰਧ ਕੀਤੇ, ਕੀ ਲੇਬਰ ਦੇ ਪ੍ਰਬੰਧ ਕੀਤੇ ਹੋਏ ਨੇ। ਮੰਡੀ ਸੀਜ਼ਨ ਸ਼ੁਰੂ ਹੋਇਆ, ਫੜ ਖਾਲੀ ਪਏ ਨੇ ਤੇ ਦੇਖਦੇ ਹਾਂ
ਸਾਡੇ ਨਾਲ ਵੀ ਕਿਸਾਨ ਮੌਜੂਦ ਨੇ। ਕੀ ਨਾਮ ਹੈ ਜੀ ਤੁਹਾਡਾ? ਹਰਪ੍ਰੀਤ ਸਿੰਘ ਹੈ ਜੀ, ਹਰਪ੍ਰੀਤ ਜੀ, ਕਿਹੜੇ ਪਿੰਡ ਤੋਂ ਆਏ ਹੋ ਰਾਜੇ ਵਾਲੇ ਤੋਂ ਜੀ। ਤੇ ਕਿੱਦਾਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ? ਪ੍ਰਬੰਧ ਕੁਝ ਨਹੀਂ ਹੈਗਾ ਜੀ, ਸਾਨੂੰ ਆਸ ਸੀ ਵੈਸੇ ਸਾਨੂੰ ਪਾਸ ਮਿਲੂਗਾ, ਬਟ ਨੀਅਰ ਅਬਾਊਟ ਇੱਥੇ 4 ਦਿਨ ਬਾਅਦ ਕਹਿੰਦੇ ਪਾਸ ਮਿਲਦਾ। ਕਈ ਇਨਫੋਰਮੇਸ਼ਨ ਉਹ ਪਹਿਲਾਂ ਲੈ ਜਾਂਦੇ ਨੇ, ਕਈਆਂ ਨੂੰ ਮਿਲਦਾ ਨਹੀਂ ਗਾ। 4 ਦਿਨ ਬਾਅਦ 5 ਕਿਸਾਨ ਨੂੰ ਪਾਸ ਦੇਣਾ ਜੀ ਇਹਨਾਂ ਨੇ। ਤੇ ਗੱਲ ਇਹ ਹੈ ਵੀ ਜਿਹੜੇ 5 ਆਉਣੇ ਨੇ ਵਿੱਚ ਉਹ 'ਚ ਕੋਈ 2 ਕਿੱਲੇ ਵਾਲਾ, ਕੋਈ 4 ਵਾਲਾ ਆਉਂਦਾ। ਇਸ ਹਿਸਾਬ ਨਾਲ ਤਾਂ ਮੰਡੀਆਂ 'ਚ ਫਸਲ ਨਹੀਂ ਆਉਣੀ ਹੈਗੀ। ਕਿੱਦਾਂ ਰਾਤ ਮੌਸਮ ਖਰਾਬ ਹੋ ਗਿਆ ਸੀਗਾ, ਉਸ ਹਿਸਾਬ ਨਾਲ ਦੇ ਗੜੇ ਪੈਣ ਦੇ ਕਣਕ ਤਾਂ ਜਿਵੇਂ ਖੇਤਾਂ 'ਚ ਝੜ ਜਾਣੀ ਸੀਗੀ। ਇਸ ਕਰਕੇ ਕੋਈ ਪ੍ਰਬੰਧ ਨਹੀਂ ਜੀ, ਨਾ ਇੱਥੇ ਪਾਣੀ ਦਾ ਪ੍ਰਬੰਧ ਆ। ਤੁਸੀਂ ਦੇਖ ਸਕਦੇ ਪਾਣੀ ਵੀ ਉੱਕਣੇ ਖੜਾ, ਕਿਹੜਾ ਮੀਂਹ ਦਾ ਕੋਈ ਸਫਾਈ ਨਹੀਂ ਹੈਗੀ, ਕੋਈ ਅਰੇਂਜਮੈਂਟ ਨਹੀਂ ਹੈਗੀ ਇਸ ਟਾਈਮ। ਤੁਸੀਂ ਮੰਡੀ ਦੇ ਗੇਟ 'ਚ ਐਂਟਰ ਕੀਤੇ ਹੋ? ਹਾਂਜੀ ਹਾਂਜੀ ਤੇ ਤੁਹਾਨੂੰ ਉੱਥੇ ਮੁਲਾਜ਼ਮ ਮਿਲੇ ਨੇ? ਹਾਂਜੀ ਉੱਥੇ ਖੜੇ ਸੀਗੇ ਜੀ। ਉਹਨਾਂ ਨੇ ਤੁਹਾਡੇ ਹੱਥ ਸੈਨੀਟਾਈਜ਼ ਕਰਾਏ? ਨਾ ਕੁਝ ਨਹੀਂ ਕਰਾਇਆ ਜੀ। ਤੁਹਾਨੂੰ ਮਾਸਕ ਦਿੱਤਾ? ਨੋ। ਤੇ ਤੁਸੀਂ ਬਿਨਾਂ ਮਾਸਕ ਤੋਂ ਮੰਡੀ 'ਚ ਆਏ? ਹਾਂਜੀ, ਸਾਨੂੰ ਇਸ ਬਾਰੇ ਪਤਾ ਨਹੀਂ ਸੀਗਾ ਜੀ। ਤੁਸੀਂ ਖੁਦ ਦੇਖ ਸਕਦੇ ਹੋ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਕਿਹਾ ਜ਼ਰੂਰ ਜਾ ਰਿਹਾ ਵੀ ਇੱਥੇ ਮਾਸਕ ਦਾ ਪ੍ਰਬੰਧ ਕੀਤਾ ਹੋਇਆ ਕਿਸਾਨਾਂ ਵਾਸਤੇ, ਉਹਨਾਂ ਨੂੰ ਸੈਨੀਟਾਈਜ਼ ਕਰਵਾਇਆ ਜਾਂਦਾ। ਤੁਸੀਂ ਖੁਦ ਦੇਖ ਸਕਦੇ ਹੋ, ਕਿਸਾਨ ਮੰਡੀ ਦੇ ਵਿੱਚ ਐਂਟਰ ਹੋਏ ਨੇ, ਬਿਨਾਂ ਮਾਸਕ ਤੋਂ ਆਏ ਹੋਏ ਨੇ, ਨਾ ਇਹਨਾਂ ਦੇ ਹੱਥ ਸੈਨੀਟਾਈਜ਼ ਕਰਾਏ ਨੇ, ਨਾ ਕਿਸੇ ਨੇ ਪੁੱਛਿਆ ਵੀ ਕੀ ਕਰਨ ਆਏ ਹੋ। ਤੇ ਇੱਥੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਬਲਾਕ ਪ੍ਰਧਾਨ ਨੇ ਖੰਨੇ ਦੇ, ਉਹ ਵੀ ਮੌਜੂਦ ਨੇ। ਉਹਨਾਂ ਤੋਂ ਵੀ ਪੁੱਛ ਲੈਂਦੇ ਆ ਵੀ ਕਿੱਦਾਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ। ਕੀ ਨਾਮ ਹੈ ਜੀ ਤੁਹਾਡਾ? ਮੈਂ ਅਮਰਿਤ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਖੰਨਾ। ਤੇ ਪ੍ਰਧਾਨ ਜੀ, ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਮੰਡੀ ਦੇ ਵਿੱਚ ਕਿਸਾਨਾਂ ਵਾਸਤੇ? ਪ੍ਰਬੰਧ ਤਾਂ ਅਜੇ ਕੁਝ ਵੀ ਨਹੀਂ ਹੈ, ਕੰਮ ਹੀ ਨਹੀਂ ਚਲਾ ਰਹੇ। ਮੇਨ ਤਾਂ ਮੁੱਦਾ ਇਹ ਹੈ ਵੀ ਕੰਮ ਨਹੀਂ ਚੱਲ ਰਿਹਾ। ਇੱਕ ਆੜਤੀਏ ਨੂੰ 4 ਦਿਨ ਬਾਅਦ 5 ਪਾਸ ਦੇ ਰਹੇ ਨੇ। ਇਹ ਮੰਨ ਕੇ ਇੱਕ ਟਰਾਲੀ ਚਲੋ, ਆ ਤੁਹਾਡੇ ਸਾਹਮਣੇ ਫੜਨੇ 6 ਆੜਤੀਆਂ ਦੇ ਫੜਨੇ 2 ਟਰਾਲੀਆਂ ਨੇ। ਨਾਮ ਨਾ ਦੱਸਣ ਦੀ ਸ਼ਰਤ 'ਚ ਆੜਤੀਆਂ ਨੇ ਦੱਸਿਆ ਮੈਨੂੰ ਕਿ ਸਾਡੀ ਲੇਬਰ ਦਾ ਗੁਜ਼ਾਰਾ ਨਹੀਂ ਹੋ ਰਿਹਾ, ਉਹ ਸਾਤੋਂ ਸਾਂਭੀ ਨਹੀਂ ਜਾ ਰਹੀ, ਭੱਜ ਰਹੀ ਹੈ ਕਿ ਸਾਨੂੰ ਕੰਮ ਦਿਓ। ਇੱਥੇ ਮੰਤਰੀ ਆਏ ਸੀ 4 ਦਿਨ ਪਹਿਲਾਂ ਫੂਡ ਸਪਲਾਈ ਦੇ। ਅਸੀਂ ਧੰਨਵਾਦ ਕਰਦੇ ਹਾਂ ਕਿ ਰੋਜ਼ ਆਉਣ, ਉਸ ਦਿਨ ਦਾ ਸੁੱਕਾ ਗਿੱਲਾ ਵੀ ਵਿਕ ਜਾਂਦਾ। ਲੇਕਿਨ ਪ੍ਰੋਕੋਰਮੈਂਟ ਉਹਨਾਂ ਦੀ ਗੱਲਾਂ ਤੱਕ ਰਹਿ ਗਈ, ਗਰਾਊਂਡ ਲੈਵਲ ਤੇ ਕੁਝ ਨਹੀਂ ਹੋਇਆ। ਅੱਜ ਟਰਾਲੀਆਂ ਭਰੀਆਂ ਖੜੀਆਂ ਨੇ, 20-25 ਟਰਾਲੀਆਂ ਨੇ ਪਿੰਡ ਦੀਆਂ, 20-25 ਭਰੀਆਂ ਖੜੀਆਂ ਨੇ। ਚਾਹੀਦਾ ਇਹ ਆ ਕਿ ਹਰੇਕ ਆੜ੍ਹਤੀ ਕੋਲ ਸਮਰੱਥਾ 5 ਟਰਾਲੀਆਂ ਰੋਜ਼ ਭਰਨ ਦੀ, ਉਹ ਮੰਗਵਾਈਆਂ ਕਿਉਂ ਨਹੀਂ ਜਾ ਰਹੀਆਂ? ਇੱਥੇ ਰਾਜਨੀਤੀ ਖੇਡੀ ਜਾ ਰਹੀ ਹੈ। ਜਿਹੜੇ ਚਹੇਤੇ ਨੇ ਉਹ ਵੀ 10-10 ਟਰਾਲੀਆਂ ਜੋਗ ਦਿੰਦੇ ਨੇ, ਤੇ ਅਜੇ ਤੱਕ ਜਿਹੜੇ ਚੌਥੇ ਦਿਨ ਤੱਕ 5 ਪਾਸ ਦੀ ਉਡੀਕ ਕਰ ਰਹੇ ਨੇ। ਕਈ ਤਾਂ ਇਹੋ ਜਿਹੇ ਸਖਣੇ ਆੜ੍ਹਤੀ ਨੇ ਜਿਨ੍ਹਾਂ ਨੂੰ ਪਾਸ ਹੀ ਨਹੀਂ ਮਿਲਿਆ। ਅੱਜ 5 ਦਿਨ ਹੋ ਗਏ ਬੋਲੀ ਚੱਲਦੀ ਨੂੰ। ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ? ਅਸੀਂ ਤਾਂ ਹੱਥ ਖੜੇ ਨੇ ਕਿਸਾਨੀ ਦੇ। ਜੇਕਰ ਇਹ ਟਰਾਲੀਆਂ ਨਹੀਂ ਖਾਲੀ ਕਰਵਾਉਂਦੇ, 12 ਘੰਟੇ ਨਹੀਂ, 24 ਘੰਟੇ ਨਹੀਂ, 36 ਘੰਟੇ ਆ ਇਹਨਾਂ ਕੋਲੇ। ਅਸੀਂ ਜਿੱਥੇ ਕਿਸਾਨ ਵੱਢਦਾ ਖੇਤ 'ਚ, ਉੱਥੇ ਉਤਾਰ ਦੇਣੀਆਂ ਪੱਲੀਆਂ ਲਾ ਕੇ। ਆੜ੍ਹਤੀਆਂ ਨੂੰ ਅਸੀਂ ਵੀਰ ਨੂੰ ਲੇਬਰ ਵੀ ਦੇਵਾਂਗੇ, ਟਰੈਕਟਰ ਟਰਾਲੀ ਵੀ ਦੇਵਾਂਗੇ, ਜਦੋਂ ਮਨ ਕਰੇਗਾ ਚੱਕ ਲੇਗਾ। ਉਹਦਾ ਗਰਾਊਂਡ ਲੈਵਲ ਤੇ ਰੀਜ਼ਨ ਇਹ ਹੈ, ਇਹਨਾਂ ਨੇ ਇਹਦੇ ਤੇ ਆਪਣੇ ਆਨਲਾਈਨ ਕਰ ਲਏ ਖਾਤੇ ਆੜ੍ਹਤੀਆਂ ਤੋਂ, ਜ਼ਿਮੀਂਦਾਰਾਂ ਦੇ, ਲੇਕਿਨ ਉਹਦੀ ਪੜਚੋਲਤਾ ਨਹੀਂ ਕਰੀ। 75% ਨਗਦ ਲੈਣਾ ਹੈ ਖੇਤੀ ਦਾ, ਬਾਕੀ ਸਾਰਾ ਕੁਝ ਆਧਾਰ ਵੰਡ ਚੁੱਕੇ ਨੇ ਆੜ੍ਹਤੀ ਹੈ ਕਿਸਾਨਾਂ ਨੂੰ। ਸਾਰੀਆਂ ਲਿਮਟਾਂ ਚੱਕ ਕੇ ਆਪਣੇ ਖਜ਼ਾਨੇ ਸਾਰੇ ਵੰਡ ਚੁੱਕੇ ਨੇ ਖੇਤੀ ਕਰਨ ਲਈ। ਇਹਨਾਂ ਦੀ ਆ ਉਹ, ਇਹਨਾਂ ਨੇ ਮੰਗਵਾਉਣੀਆਂ, ਇਹ ਇੱਕ ਜ਼ਰੀਆ ਨੇ ਦੇਸ਼ ਦਾ ਭੰਡਾਰ ਭਰਨ ਲਈ। ਇਹ ਵੀ ਨਾਲ ਸਹਿਮਤ ਨੇ, ਲੇਕਿਨ ਨਾ ਸਾਹਮਣੇ ਆਉਣ ਦੀ ਸ਼ਰਤ ਹੀ ਦੱਸ ਰਹੇ ਨੇ ਕਿ ਸਾਡੀ ਵੇਵਾ ਹੈ। ਹਰੇਕ ਆੜ੍ਹਤੀ ਦੀ ਸਮਰੱਥਾ ਹੈ, ਰੋਜ਼ 5 ਟਰਾਲੀਆਂ ਭਰ ਸਕਦੀ ਹੈ ਲੇਬਰ। ਕਿਸਾਨ ਵੀਰਾਂ ਦਾ ਇਹੀ ਕਹਿਣਾ ਹੈ ਕਿ ਮੰਡੀ ਦੇ ਵਿੱਚ ਜਿਹੜੇ ਪ੍ਰਬੰਧ ਹੈ ਉਹ ਨਹੀਂ ਸਮੇਂ ਸਿਰ ਕੀਤੇ ਜਾ ਰਹੇ, ਦਿੱਕਤਾਂ ਆ ਰਹੀਆਂ ਨੇ, ਰਾਜਨੀਤੀ ਹੋ ਰਹੀ ਹੈ। ਕਦੋਂ ਤੱਕ ਚੱਲੇਗਾ ਅਜਿਹਾ ਹੀ? ਔਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ, ਜਿਹਨੂੰ ਕਿ ਦੂਸਰਿਆਂ ਲਈ ਇੱਕ ਐਗਜ਼ਾਮਪਲ ਹੁੰਦੀ ਹੈ, ਜੇਕਰ ਉੱਥੇ ਅਜਿਹਾ ਹਾਲ ਹੈ ਤਾਂ ਆਮ ਮੰਡੀਆਂ ਦੇ ਵਿੱਚ ਕੀ ਹਾਲ ਹੁੰਦਾ ਹੋਵੇਗਾ? ਗੁਰਦੀਪ ਸਿੰਘ, PTC ਨਿਊਜ਼, ਖੰਨਾ। ਪੂਰੇ ਪੰਜਾਬ ਦੇ ਵਿੱਚ ਕਣਕ ਦੀ ਜਿਹੜੀ ਖਰੀਦ ਹੈ 15 ਅਪ੍ਰੈਲ ਤੋਂ ਜਿਹੜੀ ਸ਼ੁਰੂ ਹੋਣੀ ਸੀਗੀ। 15 ਅਪ੍ਰੈਲ ਤੋਂ ਸ਼ੁਰੂ ਹੋਈ, ਜਿਹੜੀ ਅੱਜ ਹੁਣ ਖੜੇ ਆ ਮਲੋੜ ਦੀ ਦਾਣਾ ਮੰਡੀ ਦੇ ਵਿੱਚ। ਇੱਥੇ ਦੇਖ ਰਹੇ ਆ ਜਿਹੜੀ ਅੱਜ ਜਿਹੜੀ ਦਾਣਾ ਮੰਡੀ ਕਣਕ ਜਿਹੜੀ ਆਣੀ ਸ਼ੁਰੂ ਹੋਈ ਹੈ। ਪਿੱਛੇ ਦੇਖ ਸਕਦੇ ਹੋ ਤੁਸੀਂ, ਜਿਹੜੀ ਕੁਝ ਢੇਰੀਆਂ ਆਣ ਲੱਗੀਆਂ ਨੇ, ਜਿਹੜੇ ਪੱਲੇ ਆ ਲਾ ਰਹੇ ਨੇ, ਜਿਹੜੇ ਉਹ ਸਫਾਈਆਂ ਕਰ ਰਹੇ ਨੇ। ਕਈ ਕਿਸਾਨ ਵੀ ਸਾਡੇ ਨਾਲ ਗੱਲ ਕਰ ਰਹੇ ਆ, ਕਿਸਾਨਾਂ ਨਾਲ ਵੀ ਕੀ ਮੁਸ਼ਕਲਾਂ ਕੀ ਆ ਰਹੀਆਂ ਜੀ, ਜਿਹੜੀ ਕਣਕ ਦੇ ਵਿੱਚੋਂ ਕੀ ਮੁਸ਼ਕਲ ਆ ਰਹੀ ਹੈ ਲਿਆਉਣ? ਮੁਸ਼ਕਲ ਲਿਆਉਣ ਦੇ ਵਿੱਚ ਇਹ ਹੈ ਜੀ, ਇੱਕ ਪਾਸ ਮਿਲਦਾ ਜੀ, ਇੱਕ ਹੀ ਪਾਸ ਮਿਲਿਆ, ਇੱਕ ਪਾਸ ਨਾਲ ਇੱਕ ਹੀ ਟਰਾਲੀ ਆਈ ਹੈ ਜੀ। ਤੇ ਇਹ ਮੁਸ਼ਕਲਾਂ ਹੈਗੀਆਂ ਜੀ। ਅੱਛਾ ਅੱਛਾ, ਹਾਂਜੀ। ਕਿੰਨੇ ਮਤਲਬ ਦਿੰਦੇ ਆ ਪਾਸ? ਕੋਈ ਇਹ ਪਾਸ ਕਹਿੰਦੇ ਆ ਵੀ 5 ਪਾਸ ਦੇਣੇ ਆ ਇੱਕ ਆੜ੍ਹਤੀਏ ਨੂੰ। ਹਾਂਜੀ।
ਪਰ ਇਹ ਨਹੀਂ ਪਤਾ ਵੀ ਕੰਟੀਨਿਊ ਹੀ ਦੇਣੇ ਆ ਕਿ ਕਦੋਂ ਦੇਣਾ ਹੈ, ਇਸ ਗੱਲ ਦਾ ਨਹੀਂ ਆਪਾਂ ਨੂੰ ਪਤਾ ਜੀ। ਜਿਵੇਂ ਕੰਪੈਨ ਲੱਗਦੀ ਹੈ, ਕਣਕ ਤਾਂ ਇਕੱਠੀ ਵੱਢੀ ਜਾਂਦੀ ਹੈ, ਸਾਜਨ ਵੀ ਘੱਟ ਹੁੰਦੇ ਆ, ਫਿਰ ਉਹਨੂੰ ਰੱਖਣ ਦਾ ਉਹ ਵੀ ਮੁਸ਼ਕਲ ਹੁੰਦਾ। ਬੜੀ ਵੱਡੀ ਮੁਸ਼ਕਲ ਹੈ ਜੀ। ਜ਼ਿਮੀਂਦਾਰਾਂ ਦੇ ਕੋਲ, ਛੋਟੇ ਜ਼ਿਮੀਂਦਾਰਾਂ ਦੇ ਕੋਲ ਬਿਲਕੁਲ ਵੀ ਜਗ੍ਹਾ ਨਹੀਂ ਹੈਗੀ ਘਰਾਂ ਦੇ ਵਿੱਚ। ਬਹੁਤ ਥੋੜੀ ਜਗ੍ਹਾ ਹੁੰਦੀ ਛੋਟੇ ਜ਼ਿਮੀਂਦਾਰਾਂ ਕੋਲੇ। ਸੰਦ ਵੀ ਪ੍ਰੋਪਰ ਆਪਦੇ ਨਹੀਂ ਹੁੰਦੇ, ਕਈ ਵਾਰੀ ਮੰਗ ਕੇ ਲਿਆਉਣੇ ਪੈਂਦੇ ਆ। ਸਾਰਾ ਹੁੰਦਾ ਸਿਸਟਮ। ਦਿੱਕਤ ਹੈਗੀ ਹੈ ਜੀ ਬਿਮਾਰੀ ਨੂੰ ਲੈ ਕੇ ਬਹੁਤ ਵੱਡੀ। ਇਸ ਬਿਮਾਰੀ ਨੂੰ ਲੈ ਕੇ ਹੈਗੀ ਤਾਂ ਦਿੱਕਤ ਹੈਗੀ ਆ, ਪਰ ਹੁਣ ਕਰੀਏ ਕੀ ਜੀ, ਹੱਲ ਨਹੀਂ ਕੋਈ, ਬਸ ਨਹੀਂ ਕੋਈ ਗੱਲ। ਤੁਸੀਂ ਕਣਕ ਸਾਰੀ ਵੱਢ ਲਈ ਹੈ? ਹਾਂਜੀ, ਕਣਕ ਵੱਢ ਲਈ ਹੈ ਜੀ। ਵਾਹਣ 'ਚ ਢੇਰੀ ਲਾਈ ਵੀ ਹੈ ਥੱਲੇ ਤਰਪਾਲ ਵਿਛਾ ਕੇ। ਤੇ ਬਾਕੀ ਡਰ ਤਾਂ ਹੈਗੇ ਆ ਜੀ, ਅੱਗ ਦਾ ਵੀ ਡਰ ਹੈਗਾ, ਉੱਤੋਂ ਕੁਦਰਤ ਦੀ ਕਰੋਪੀ ਦਾ ਵੀ ਡਰ ਹੈਗਾ, ਗੜੇ ਦਾ, ਬਾਰਿਸ਼ ਦਾ। ਹਾਂਜੀ, ਇੱਥੇ ਜਿਹੜੀਆਂ ਸਹੂਲਤਾਂ ਹੈ ਪ੍ਰਸ਼ਾਸਨ ਵੱਲੋਂ ਕਹੀ ਗਈ ਸੀਗੀ ਵੀ ਬਾਹਰ ਹੱਥ ਧੋਣ ਦਾ ਹੋਰ ਹੈ, ਕਿਹੋ ਜਿਹੇ ਇੰਤਜ਼ਾਮ ਨੇ? ਹਾਂ, ਲਾਇਆ ਪਿਆ ਜੀ ਇਹਨਾਂ ਨੇ ਬਾਹਰ ਹੱਥ ਧੋਣ ਦਾ, ਪ੍ਰਸ਼ਾਸਨ ਨੇ ਲਾਇਆ ਪਿਆ, ਹੱਥ ਧੋ ਕੇ ਆਏ ਜੀ ਅੰਦਰ। ਹਾਂਜੀ ਹਾਂਜੀ, ਇਹਨਾਂ ਦਾ ਕਹਿਣਾ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਤਾਂ ਕੀਤੇ ਗਏ ਨੇ, ਪਰ ਜਿਹੜੇ ਛੋਟੇ ਕਿਸਾਨ ਹੈ ਜਿਨ੍ਹਾਂ ਨੇ ਕਣਕਾਂ ਜਿਹੜੀਆਂ ਆਪਦੀਆਂ ਵੱਢ ਕੇ ਜਿਹੜੀ ਕੱਢ ਕੇ ਉਹ ਖੇਤਾਂ ਵਿੱਚ ਰੱਖ ਰਹੀ ਹੈ, ਉਹਨਾਂ ਲਿਆਉਣ ਦੇ ਸਾਧਨ ਜਾਂ ਇੱਕ ਇੱਕ ਟਰਾਲੀ ਲੈ ਕੇ ਆਉਣਗੇ, ਉਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਚੇਤਨਪੁਰਾ, PTC ਨਿਊਜ਼ ਲਈ ਮਲੋਟ। ਚੰਡੀਗੜ੍ਹ ਨੂੰ ਹਾਲਾਂਕਿ ਹੌਟਸਪੌਟ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਐਡਵਾਈਜ਼ਰ ਜਿਹੜੇ ਚੰਡੀਗੜ੍ਹ ਦੇ ਨੇ ਉਹਨਾਂ ਨੇ ਅੱਜ ਇੱਕ ਟਵੀਟ ਕਰਕੇ ਕਿਹਾ ਹੈ ਕਿ ਕੁਕਡ ਫੂਡ ਔਰ ਪਿਜ਼ਾ ਦੇ ਉੱਪਰ ਟੋਟਲੀ ਬੈਨ ਲਗਾ ਦਿੱਤਾ ਗਿਆ। ਹਾਲਾਂਕਿ ਬੈਨ ਪਹਿਲਾਂ ਤੋਂ ਹੀ ਸੀ। ਹੋਰ ਕਿਸ ਤਰੀਕੇ ਦੀਆਂ ਚੰਡੀਗੜ੍ਹ ਦੇ ਅੰਦਰ ਬਦਲਾਵ ਆਉਣ ਵਾਲੇ ਹੈ, 20 ਤਾਰੀਖ ਨੂੰ ਹੁਣ ਜਿਹੜੀ ਇੱਕ ਰਾਹਤ ਦਿੱਤੀ ਜਾਏਗੀ ਚੰਡੀਗੜ੍ਹ ਵਿੱਚ ਕਿਸ ਤਰੀਕੇ ਦਾ ਰਹੇਗਾ, ਸਾਡੇ ਨਾਲ ਗੱਲ ਕਰਨ ਦੇ ਲਈ ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਸਰ ਨੇ। ਸਰ, ਵੈਲਕਮ ਟੂ PTC। ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਸਰ, ਜਿਸ ਤਰੀਕੇ ਨਾਲ ਹੌਟਸਪੌਟ ਘੋਸ਼ਿਤ ਕਰ ਦਿੱਤਾ ਗਿਆ ਹੈ, ਚੰਡੀਗੜ੍ਹ ਨੂੰ ਵੀ ਉਸ ਵਿੱਚ ਲੈ ਦਿੱਤਾ ਗਿਆ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਤਾਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਰੂਲ ਰੈਗੂਲੇਸ਼ਨਸ ਫॉलो ਕੀਤੇ ਜਾਂਦੇ ਹੈ। ਉਸ ਤੋਂ ਬਾਅਦ क्या बदलाव ਹੁਣ ਚੰਡੀਗੜ੍ਹ ਦੇ ਅੰਦਰ ਵੇਖਣ ਨੂੰ ਮਿलेगा, किस तरीके की रणनीति रहेगी? देखिए, जैसे आपने सही कहा था कि जैसे बाकी स्टेट्स जब लॉकडाउन किए थे, हमने टोटल कर्फ्यू कर दिया था। बाकी स्टेट में सारे एसेंशियल ग्रोसरी का दुकान, बाकी दुकान दिन भर खुला रहता था, हमने सिर्फ 4 घंटा अलाउ किया था। तो जो रेड स्पॉट वाला, जो हॉटस्पॉट वाला जो इंस्ट्रक्शंस है, हम पहले से भी कर दिए थे। एक और था कि बाकी कोई स्टेट ड्यूटी नहीं किया था, जो कि हॉटस्पॉट में करना ज़रूरी है, हर घर जाके स्क्रीनिंग करना। हमने अभी हमारा 12 लाख पॉपुलेशन है, ऑलमोस्ट 6 लाख पॉपुलेशन का हर घर जाके हम लोग चेक कर चुके हैं। चेक का मतलब ये है उनका ये पूछना कि विदेश गए थे कि नहीं, इनका घर में कोई बीमार है कि नहीं, कोई सिम्टम, कोई खांसी, कोई छींक ऐसा तो नहीं है। ये सब चेक करके हम घर घर कवर करेंगे। और इसके अलावा पहले भी हम चेक करते थे, हमारा जो बॉर्डर है, इंटर स्टेट बॉर्डर है, पंजाब हरियाणा का बॉर्डर वहाँ है, वहाँ पर हर गाड़ी को रोक के उनका थर्मोमीटर में या अपना थर्मोस्कान में उनका टेम्परेचर चेक करके, उनका पास कर्फ्यू पास है तभी अलाउ करते हैं। तो टोटल हम कंटेनमेंट जोन टाइप का डिक्लेयर करके हम ये करने जा रहे हैं। सर, अगर चंडीगढ़ की बात की जाए, जैसे कि आपने एक आज सुबह ट्वीट भी किया है कि पिज़्ज़ा एंड जो कुक्ड फूड है टोटली आपने कहा कि बैन है, आप बड़े सोशली भी एक्टिव रहते हो। सो सर, एक सवाल ये है कि दिल्ली के अंदर ये केस आया था, हालांकि चंडीगढ़ में तो पहले से ये चीज़ बैन लगी हुई है, हालांकि मोहाली वगैरह में चीज़ें मिल रही हैं, लेकिन इस ट्वीट के बाद क्या अगर कोई जैसे कुछ थोड़ा बहुत भी अगर करता है तो जो नॉर्मल जो फूड है उसके ऊपर तो कोई रोक नहीं है कि सिर्फ उसी के ऊपर लगाई गई है? देखिए, बाकी जबकि मोहाली या पंचकुला में ये ऑनलाइन ऑर्डर में दे सकते थे पिज़्ज़ा वगैरह, हम शुरू से भी ये कहते हैं कि ऑनलाइन ऑर्डर में आप सिर्फ ड्राई राशंस या वेजिटेबल्स मंगा सकते हैं। अभी भी वो कानून जारी रहेगा और किसी भी हालत में उसको वायलेट नहीं करने दिया जाएगा। कारण ये है कि चाहिए आपको चावल दाल आप मंगा के लेके आइए और घर में बनाएंगे, तब तक तो वायरस मर जाएगा, क्लीन कर सकते, साफ कर सकते। अगर बना बनाया कोई इन्फेक्टेड चीज़ आपका घर में आ जाए तो ज़्यादा डेंजर होता है। बट दिल्ली का लेसन देखते हुए हम ये भी कहे हैं अभी कि जो डिलीवरी बॉयज़ है उनको सैनिटाइज करना, उनको सर्टिफिकेट देना उनका मालिक की ये इनका कोई बीमारी नहीं है, उनको ग्लोव्स, टोपी जो भी पहनना चाहिए, मास्क वगैरह दिया गया है। और ये जब एंटर करेंगे अपना जो हाइजीनिक प्रैक्टिस है उसको फॉलो करेंगे। जनता को और ये कंपनी को हम दोनों पर ही जिम्मेदारी दिए है कि क्योंकि ये भयंकर सोर्स है, तो इसको रोकने का हम नया प्रबंध किए हैं। ये कुक्ड फूड पर आज लोग किसी को पिज़्ज़ा दे रहे थे, कल डोसा मंगा लेते, कोई सब्जी मंगा लेते, चिकन करी मंगा लेते, तो ये बैन कंटिन्यू करेगा। सर, जिस तरीके से जवाहरपुर में कई केसेस सामने आए, बड़ा हॉटस्पॉट भी रहा जवाहरपुर में, लगातार कई केसेस आए थे, पंचकुला में अब लगातार केसेस आ रहे हैं, तो सर जो क्योंकि सर पंचकुला और मोहाली बिल्कुल लगता है चंडीगढ़ के साथ, सर क्या
और ज़्यादा, क्योंकि आपने कहा था कि जो भी एंट्री करेगा स्क्रीनिंग की जाएगी, प्रॉपर चेकअप किया जाएगा, क्या सर चंडीगढ़ में जिस तरीके से ये मामले बढ़ रहे हैं क्या इसके ऊपर और ज़्यादा सख्ती की जाएगी चंडीगढ़ के अंदर? और साथ में सर एक सवाल ये भी है कि 20 तारीख को जिस तरीके से सब जगहों के ऊपर थोड़ी राहत दी जाएगी जहाँ पे कोई केसेस नहीं है, अगर चंडीगढ़ की बात की तो चंडीगढ़ का किस तरीके का रुख रहेगा उसमें? देखिए, बड़ा कोशिश करके हमने नंबर को अभी रिस्ट्रेन कर पाए, भगवान का कृपा रहा है। 21 एक ज़माने में था, अभी रिड्यूस होकर 12 हो गया है। अभी हमें जो लग रहा है सिर्फ डर इस बात का है कि बॉर्डर की बाहर से, तो चाहे वो पंचकुला हो चाहे मोहाली हो, वहाँ पर स्प्रेड हुआ रहा है। इसलिए हम बॉर्डर पर चेकिंग तो बहुत ही स्ट्रॉन्ग कर दी है ताकि कोई भी वहाँ बिना चेकिंग का अंदर ना आ सके, और जो आ भी रहे उनका डिटेल्स कलेक्ट कर रहे हैं। कल इनमें से कोई बीमार पड़ गया तो हम उनको कॉन्ट्रैक्ट ट्रेसिंग भी कर सकेंगे। ये तो टोटली बॉर्डर हम सील कर दी है। और ये भी आपके थ्रू से कहना चाहेंगे कि अगर कोई बाहर से आ रहा है, दिल्ली से, यूपी से, कहीं से, हिमाचल से, अगर वो यहाँ पहुँच जाते हैं, अगर इनका यहाँ घर है तो उनका घर में हम 14 डेज क्वारंटाइन कर देंगे। अगर घर नहीं है तो हम अपना सरकारी जगह में उनको 14 दिन बंद कर देंगे। ये उनको समझ लेना चाहिए। इसलिए कृपया करके इस चंडीगढ़ को अभी ना आए। 20 तारीख के बाद जो पहले हम सोच रहे थे कि कई सारे कंसेशन दिया जा सकता है IT सेक्टर को, दूसरा सेक्टर को, जो भी है एग्रीकल्चर वर्कर को, फार्मर को, मगर क्योंकि हम अभी हॉटस्पॉट डिक्लेयर कर दिए है इसलिए कोई भी एग्जेम्पशन, कोई भी कंसेशन नहीं दी जा सकती। इस साइड ना मनोज जो कि चंडीगढ़ ਦੇ ਐਡਵਾਈਜ਼ਰ ਹੈ ਜਿਨ੍ਹਾਂ ਵੱਲੋਂ ਗੱਲ ਕਹੀ ਗਈ ਹੈ ਕਿ ਹੁਣ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਦੇ ਛੋਟੇ ਬੱਚੇ ਨੇ 1 ਸਾਲ ਜਿਹੜੇ ਕਿ 10 ਸਾਲ ਤੋਂ ਜਿਹੜੇ ਛੋਟੇ ਨੇ ਉਹਨਾਂ ਦੇ ਲਈ ਵਿਚਾਰ ਕੀਤਾ ਜਾਏਗਾ। ਹਲੇ ਇਸ ਚੀਜ਼ ਨੂੰ ਡਿਕਲੇਅਰ ਨਹੀਂ ਕੀਤਾ ਲੇਕਿਨ ਵਿਚਾਰ ਜ਼ਰੂਰ ਕੀਤਾ ਜਾਏਗਾ ਕਿ ਉਹਨਾਂ ਨੂੰ ਮਿਲਕ ਪਾਊਡਰ ਦਿੱਤਾ ਜਾਵੇ। ਇਸ ਦੇ ਨਾਲ ਹੀ ਨਾਲ ਉਹਨਾਂ ਨੇ ਬੋਲਿਆ ਕਿ ਚੰਡੀਗੜ੍ਹ ਦੇ ਅੰਦਰ ਜੋ ਸਖਤੀ ਹੈ ਉਸੇ ਤਰੀਕੇ ਦੇ ਨਾਲ ਰਹੇਗੀ, ਕੋਈ ਬਦਲਾਵ ਸਖਤੀ ਵਿੱਚ ਨਹੀਂ ਕੀਤਾ ਜਾਏਗਾ। ਔਰ ਜਿਹੜੇ ਲੋਕੀ ਬਾਹਰੋਂ ਆ ਕੇ ਇੱਥੇ ਰਹਿਣਗੇ ਜਾਂ ਆਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ 14 ਦਿਨ ਦੇ ਲਈ ਪ੍ਰੋਪਰ ਤਰੀਕੇ ਦੇ ਨਾਲ ਸਕਰੀਨਿੰਗ ਕਰਕੇ ਕੁਆਰੰਟਾਈਨ ਵੀ ਕੀਤਾ ਜਾਏਗਾ। ਕੈਮਰਾਮੈਨ ਸੁਮਿਤ ਕਲੇਰ ਦੇ ਨਾਲ ਅਮਨਪ੍ਰੀਤ ਕੌਰ, PTC ਨਿਊਜ਼ ਚੰਡੀਗੜ੍ਹ। ਕਰੋਨਾ ਵਾਇਰਸ ਦੇ ਚਲਦਿਆਂ ਗੱਲ ਕਰ ਰਹੇ ਹਾਂ ਫਰੀਦਕੋਟ ਜ਼ਿਲ੍ਹੇ ਦੀ, ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਖਤ ਕਰਫਿਊ ਆਰਡਰ ਦੇ ਬਾਵਜੂਦ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਸੜਕਾਂ ਤੇ ਚਹਿਲ ਪਹਿਲ ਕਰ ਰਹੇ ਨੇ। ਚਾਹੇ ਸਰਕਾਰ ਵੱਲੋਂ ਮੰਡੀ ਦੀ ਖਰੀਦ ਦੇ ਚਲਦਿਆਂ ਕਈ ਪਾਸ ਇਸ਼ੂ ਕੀਤੇ ਗਏ ਨੇ ਕਣਕ ਦੀ ਖਰੀਦ ਦੇ ਚਲਦਿਆਂ, ਲੇਕਿਨ ਉਹ ਜਿਹੜੇ ਵਿਅਕਤੀ ਨੇ ਮੰਡੀ ਦੇ ਨਾਲ ਸੰਬੰਧਿਤ ਉਹਨਾਂ ਤੋਂ ਸਿਵਾਏ ਆਮ ਲੋਕ ਤੁਸੀਂ ਸੜਕਾਂ ਤੇ ਵੇਖੋ ਕਿਵੇਂ ਤਰੀਕੇ ਨਾਲ ਸੜਕਾਂ ਤੇ ਨਜ਼ਰ ਆ ਰਹੇ ਹੈਗੇ ਨੇ। ਔਰ ਆਵਾਜਾਈ ਆਮ ਵਾਂਗੂ ਹੀ ਤੁਹਾਨੂੰ ਦਿਸ ਰਹੀ ਹੈਗੀ ਹੈ ਸੜਕਾਂ ਤੇ। ਔਰ ਪ੍ਰਸ਼ਾਸਨ ਦੇ ਲੱਖ ਬਾਵਜੂਦ ਕਹਿਣ ਦੇ ਬਾਵਜੂਦ ਵੀ ਆਪਣੇ ਘਰਾਂ ਦੇ ਵਿੱਚ ਰਹੋ, ਸਖਤ ਕਰਫਿਊ ਦਾ ਪਾਲਣਾ ਕਰੋ, ਲੇਕਿਨ ਲੋਕਾਂ ਵੱਲੋਂ ਅੱਜ ਫਰੀਦਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਕਿ ਜਿਹੜਾ ਲੋਕਡਾਊਨ ਹੈਗਾ ਉਹਦਾ ਕੋਈ ਅਸਰ ਨਹੀਂ ਦਿਸ ਰਿਹਾ ਫਰੀਦਕੋਟ ਦੇ ਵਿੱਚ। ਔਰ ਅਸੀਂ ਵੀ ਵਾਰ-ਵਾਰ ਤੁਹਾਨੂੰ ਅਪੀਲ ਕਰ ਰਹੇ ਹਾਂ ਪ੍ਰਸ਼ਾਸਨ ਦੀਆਂ ਗੱਲਾਂ ਮੰਨ ਕੇ ਇਸ ਮਹਾਮਾਰੀ ਤੋਂ ਬਚਣ ਵਾਸਤੇ ਆਪਣੇ ਘਰਾਂ ਦੇ ਵਿੱਚ ਰਹੋ ਔਰ ਸਖਤ ਕਰਫਿਊ ਦਾ ਪਾਲਣ ਕਰੋ। ਔਰ ਜਿੱਥੋਂ ਤੱਕ ਹੋ ਸਕੇ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈਗੀ ਤਾਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ। ਔਰ ਅਸੀਂ ਵਾਰ-ਵਾਰ ਅਪੀਲ ਕਰ ਰਹੇ ਹਾਂ ਵੀ ਆਪਣੇ ਘਰਾਂ ਦੇ ਵਿੱਚ ਰਹੋ ਔਰ ਸੁਰੱਖਿਅਤ ਰਹੋ, ਆਪਣੀ ਸਿਹਤ ਦਾ ਧਿਆਨ ਰੱਖੋ। ਕੈਮਰਾਮੈਨ ਸੁਖਜਿੰਦਰ ਦੇ ਨਾਲ ਅਮਨਦੀਪ ਲੱਕੀ, PTC ਨਿਊਜ਼ ਫਰੀਦਕੋਟ। ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਔਰ ਪੂਰੇ ਦੇਸ਼ ਨੂੰ ਲੋਕਡਾਊਨ ਕੀਤਾ ਹੋਇਆ, ਉਸ ਦੇ ਬਾਵਜੂਦ ਵੀ ਜੇ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ 'ਚ ਹਜੇ ਵੀ ਕੁਝ ਲੋਕ ਐਸੇ ਨੇ ਜੋ ਕਿ ਸੜਕਾਂ ਦੇ ਉੱਪਰ ਘੁੰਮਦੇ ਰਹੇ ਨਾ। ਫਿਲਹਾਲ ਪੁਲਿਸ ਵੱਲੋਂ ਜਿਹੜਾ ਹੈ ਆਪਣੀ ਪੂਰੀ ਸਖਤੀ ਵਰਤੀ ਜਾ ਰਹੀ ਹੈ, ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਜਿਹੜਾ ਵੀ ਕੋਈ ਬਾਹਰੋਂ ਆਉਂਦਾ ਉਹਨਾਂ ਨੂੰ ਰੋਕ ਕੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਕੰਮ ਵਾਸਤੇ ਜਾ ਰਹੇ ਨੇ ਔਰ ਜੇ ਉਹਨਾਂ ਦਾ ਕੰਮ ਜਾਇਜ਼ ਹੈ ਤਾਂ ਫਿਰ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ, ਅਦਰਵਾਈਜ਼ ਉਹਨਾਂ ਤੇ ਚਲਾਨ ਕੱਟੇ ਜਾ ਰਹੇ ਨੇ, ਮਾਮਲੇ ਦਰਜ ਕੀਤੇ ਜਾ ਰਹੇ ਨੇ। ਫਿਲਹਾਲ ਪਠਾਨਕੋਟ ਦੀ ਜੇ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ 308 ਮਾਮਲੇ ਜਿਹੜੇ ਆ 188 ਧਾਰਾ ਦੇ ਤਹਿਤ ਪੁਲਿਸ ਵੱਲੋਂ ਦਰਜ ਕੀਤੇ ਗਏ ਨੇ ਤਾਂ ਕਿ ਲੋਕ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਕਿਉਂਕਿ ਕਰੋਨਾ ਵਾਇਰਸ ਦੇ ਨਾਲ ਜਿੱਥੇ ਕਿ ਪਠਾਨਕੋਟ ਦੇ ਵਿੱਚ 24 ਕੇਸ ਪੋਜ਼ਿਟਿਵ ਆ ਚੁੱਕੇ ਨੇ, ਜਿਹਦੇ ਵਿੱਚੋਂ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਚੁੱਕੀ ਹੈ। ਉਸ ਦੇ ਨਾਲ 237 ਜਿਹੜੇ ਆ ਟੋਟਲ ਜੋ ਕੇਸ ਸੀਗੇ, ਇਹ ਜਿਹੜੇ ਲੋਕ 24 ਪੋਜ਼ਿਟਿਵ ਆਇਆ ਉਹਨਾਂ ਦੇ ਸੰਪਰਕ ਦੇ ਵਿੱਚ ਸੀਗੇ ਜਿਹੜੇ ਲੋਕ 237 ਸੀਗੇ, ਜਿਨ੍ਹਾਂ ਦੇ ਸੈਂਪਲ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਵੱਲੋਂ ਭੇਜੇ ਗਏ ਸੀਗੇ। ਉਹਦੇ ਵਿੱਚੋਂ 220 ਲੋਕਾਂ ਦੇ ਜਿਹੜੇ ਸੈਂਪਲ ਆ ਉਹ ਨੈਗੇਟਿਵ ਆ ਚੁੱਕੇ ਨੇ ਔਰ 17 ਦੀ ਜਿਹੜੀ ਅਜੇ ਰਿਪੋਰਟ ਆਣੀ ਪੈਂਡਿੰਗ ਹੈ। ਫਿਲਹਾਲ ਪੁਲਿਸ ਵੱਲੋਂ, ਸਿਹਤ ਵਿਭਾਗ ਵੱਲੋਂ, ਸਰਕਾਰਾਂ ਵੱਲੋਂ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਲੋਕ ਹਜੇ ਵੀ ਘਰਾਂ ਤੋਂ ਬਾਹਰ ਘੁੰਮ ਰਹੇ ਨੇ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਤਾਂ ਹੀ ਜਿਹੜਾ ਹੈ ਉਹ ਸੁਰੱਖਿਅਤ ਰਹਿ ਸਕਦੇ ਨੇ। ਇਸੇ ਕਰਕੇ ਪੁਲਿਸ ਵੱਲੋਂ ਜਿਹੜੀ ਹੈ ਸਖਤੀ ਕੀਤੀ ਜਾ ਰਹੀ ਹੈ। ਮੁਕੇਸ਼ ਸੈਣੀ, PTC ਨਿਊਜ਼, ਪਠਾਨਕੋਟ। ਕਰੋਨਾ ਕਰਫਿਊ ਨੂੰ ਲੈ ਕੇ
ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਔਰ ਮੀਡੀਆ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਸੁਰੱਖਿਅਤ ਰਹੋ, ਪਰ ਲੋਕ ਇਸ ਮਾਮਲੇ ਨੂੰ ਲੈ ਕੇ ਪੂਰੀ ਲਾਪਰਵਾਹੀ ਵਰਤ ਰਹੇ ਹਨ। ਜਗਰਾਉਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਗਲੀਆਂ ਮੁਹੱਲਿਆਂ ਤੋਂ ਲੈ ਕੇ ਬਾਜ਼ਾਰਾਂ ਦੇ ਵਿੱਚ, ਚੌਂਕਾਂ ਦੇ ਵਿੱਚ ਲੋਕ ਸ਼ਰੇਆਮ ਇਕੱਠ ਕਰਕੇ ਕੋਈ ਸੋਸ਼ਲ ਡਿਸਟੈਂਸ ਦੀ ਦੂਰੀ ਨਹੀਂ ਰੱਖਦੇ ਔਰ ਆਪਣੀ ਖਰੀਦੋ ਫਰੋਖਤ ਕਰਨ ਲਈ ਬਾਹਰ ਨਿਕਲਦੇ ਨੇ। ਸਵੇਰੇ ਸ਼ਾਮ ਇਹ ਰਸ਼ ਇੰਨਾ ਜ਼ਿਆਦਾ ਹੋ ਜਾਂਦਾ ਕਿ ਪੁਲਿਸ ਨੂੰ ਵੀ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ਫਿਰ ਵੀ ਪੁਲਿਸ ਆਪਣੇ ਵੱਲੋਂ ਜਿੰਨੇ ਐਫਰਟਸ ਕਰ ਰਹੀ ਹੈ, ਲੋਕ ਉੱਥੇ ਆਪਣੀ ਜ਼ਿੰਮੇਵਾਰੀ ਨਹੀਂ ਦਿਖਾ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਦਿਖਾਉਣ ਔਰ ਇਸ ਜ਼ਿੰਮੇਵਾਰੀ ਨੂੰ ਜੇਕਰ ਉਹ ਭੱਜਣਗੇ ਤਾਂ ਇਸ ਦੇ ਜਿਹੜੇ ਨਤੀਜੇ ਆ, ਜਿਹੜੇ ਖਮਿਆਜੇ ਆ, ਬਹੁਤ ਜ਼ਿਆਦਾ ਭੁਗਤਣੇ ਪੈਣਗੇ। ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਸ਼ਰੇਆਮ ਆਪਣੇ ਘਰਦਿਆਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਦੁੱਧ ਖਰੀਦਣ ਲਈ, ਸਬਜ਼ੀਆਂ ਖਰੀਦਣ ਲਈ, ਫਰੂਟ ਖਰੀਦਣ ਲਈ, ਹੋਰ ਸਮਾਨ ਖਰੀਦਣ ਲਈ ਘਰੋਂ ਬਾਹਰ ਨਿਕਲਦੇ ਹਨ ਤੇ ਕਿਸੇ ਤਰ੍ਹਾਂ ਦਾ ਉਹਨਾਂ ਨੇ ਕਈ ਵਾਰੀ ਮਾਸਕ ਵੀ ਨਹੀਂ ਪਾਇਆ ਹੁੰਦਾ, ਕੋਈ ਗਲਾਵਜ਼ ਵੀ ਨਹੀਂ ਪਾਏ ਹੁੰਦੇ, ਕੋਈ ਸੋਸ਼ਲ ਡਿਸਟੈਂਸ ਦੀ ਦੂਰੀ ਨਹੀਂ ਰੱਖੀ ਜਾਂਦੀ ਔਰ ਪੁਲਿਸ ਵੱਲੋਂ ਵਾਰ-ਵਾਰ ਸਖਤੀ ਕਰਨ ਦੇ ਬਾਵਜੂਦ ਵੀ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਹਨ। PTC ਨਿਊਜ਼ ਵੀ ਵਾਰ-ਵਾਰ ਅਪੀਲ ਕਰਦਾ ਹੈ ਕਿ ਆਪਣੇ ਘਰੇ ਰਹਿ ਕੇ ਸੁਰੱਖਿਅਤ ਰਹੋ, ਕਿਉਂਕਿ ਕਰੋਨਾ ਦੀ ਚੇਨ ਨੂੰ ਤੋੜਨ ਲਈ ਘਰ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਘਰ ਦੇ ਵਿੱਚ ਰਹਾਂਗੇ ਤਾਂ ਇਹ ਚੇਨ ਟੁੱਟੇਗੀ, ਨਹੀਂ ਤਾਂ ਜਿਸ ਤਰ੍ਹਾਂ ਲੁਧਿਆਣਾ ਦੇ ਹਾਲਾਤ ਬਣੇ ਹੋਏ ਹਨ, ਇਸ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਗਿਆ ਹੈ। ਕਿਸੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਖੁੱਲ੍ਹ ਨਹੀਂ ਮਿਲੇਗੀ। ਕੈਮਰਾਮੈਨ ਮੁਕੁਲ ਦੇ ਨਾਲ ਹੀਮਰਾਜ ਬੱਬਰ, PTC ਨਿਊਜ਼ ਜਗਰਾਉਂ। ਜਲੰਧਰ ਦੇ ਵਿੱਚ ਵੀ ਕਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। 18 ਅਪ੍ਰੈਲ ਸ਼ਾਮ ਤੱਕ ਦੀਆਂ ਜੋ ਰਿਪੋਰਟਾਂ ਆਈਆਂ ਨੇ, ਉਹਨਾਂ ਰਿਪੋਰਟਾਂ ਤੋਂ ਬਾਅਦ ਜਲੰਧਰ ਦੇ ਵਿੱਚ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ ਔਰ ਇਸੇ ਗਿਣਤੀ ਦੇ ਨਾਲ ਹੀ ਜਲੰਧਰ ਜ਼ਿਲ੍ਹਾ ਪੰਜਾਬ ਦੇ ਵਿੱਚੋਂ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦੇ ਨਾਲ ਇਸ ਵਕਤ ਦੂਸਰੇ ਨੰਬਰ ਤੇ ਹੈ। ਜੇਕਰ ਇਸ ਪੂਰੇ ਜੋ ਸਥਿਤੀ ਹੈਗੀ ਹੈ, ਪੂਰੀ ਸਥਿਤੀ ਦੇ ਡੂੰਘਾਈ ਨਾਲ ਜ਼ਿਕਰ ਕਰੀਏ ਤਾਂ 8 ਅਪ੍ਰੈਲ ਤੱਕ ਜਲੰਧਰ ਜ਼ਿਲ੍ਹੇ ਦੇ ਵਿੱਚ ਸਿਰਫ ਤੇ ਸਿਰਫ 8 ਕਰੋਨਾ ਪੋਜ਼ਿਟਿਵ ਮਰੀਜ਼ ਸਨ ਔਰ ਇੱਕ ਹਫ਼ਤੇ ਦੇ ਬਾਅਦ ਇਹ ਗਿਣਤੀ 5 ਗੁਣਾ ਯਾਨੀ ਕਿ 41 ਤੱਕ ਪਹੁੰਚ ਗਈ ਹੈ। ਸੋ ਕਿਤੇ ਨਾ ਕਿਤੇ ਜ਼ਰੂਰ ਚਿੰਤਾ ਵਾਲੀ ਗੱਲ ਹੈ ਔਰ ਇਹ ਸਾਰੇ ਮਰੀਜ਼ ਸੰਘਣੀ ਆਬਾਦੀ ਵਾਲੇ ਇਲਾਕਿਆਂ ਨਾਲ ਸੰਬੰਧਿਤ ਹੈਗੇ ਨੇ। ਇੱਕੋ ਪਰਿਵਾਰਾਂ ਦੇ ਅੱਗੇ ਤੋਂ ਅੱਗੇ ਜਿਹੜੇ ਲੋਕ ਨੇ ਉਹ ਪੋਜ਼ਿਟਿਵ ਆ ਰਹੇ ਨੇ। ਹਾਲਾਂਕਿ ਜਿਸ ਤਰੀਕੇ ਨਾਲ ਡਿਪਟੀ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੇ ਬੀਤੇ ਦਿਨ ਆਖਿਆ ਕਿ ਰਾਹਤ ਵਾਲੀ ਗੱਲ ਹੈ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਹਾਲੇ ਤੱਕ ਕਮਿਊਨਿਟੀ ਸਪਰੈਡਿੰਗ ਦਾ ਸਿਲਸਿਲਾ ਸ਼ੁਰੂ ਨਹੀਂ ਹੋਇਆ। ਇਹ ਬੜੀ ਰਾਹਤ ਵਾਲੀ ਗੱਲ ਹੈਗੀ ਹੈ, ਪਰ ਜਿਸ ਤਰੀਕੇ ਨਾਲ ਪਰਿਵਾਰਾਂ ਦੇ ਪਰਿਵਾਰ ਕਰੋਨਾ ਦੀ ਚਪੇਟ ਦੇ ਵਿੱਚ ਆ ਰਹੇ ਨੇ, ਇਹ ਜ਼ਰੂਰ ਚਿੰਤਾ ਵਾਲੀ ਗੱਲ ਹੈਗੀ ਹੈ। 1 ਸਾਲ ਦੀ ਉਮਰ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਜਿਹੜੇ ਲੋਕ ਨੇ ਉਹ ਕਰੋਨਾ ਦੀ ਚਪੇਟ ਦੇ ਵਿੱਚ ਇਸ ਵਕਤ ਆ ਚੁੱਕੇ ਨੇ। 41 ਮਰੀਜ਼ਾਂ ਦੀ ਜੇਕਰ ਵਿਸਥਾਰ ਨਾਲ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਕਰੋਨਾ ਦੇ ਨਾਲ 2 ਮੌਤਾਂ ਹੋ ਚੁੱਕੀਆਂ ਨੇ। ਇੱਕ ਮੌਤ ਸ਼ਹਿਰੀ ਇਲਾਕੇ ਮਿੱਠਾ ਬਾਜ਼ਾਰ ਨਾਲ ਸੰਬੰਧਿਤ ਹੈ ਔਰ ਦੂਸਰੀ ਸ਼ਾਹਕੋਟ ਦੇ ਨਾਲ ਸੰਬੰਧਿਤ ਹੈ। 4 ਮਰੀਜ਼ ਜਿਹੜੇ ਆ ਉਹ ਦਰੁਸਤ ਹੋ ਕੇ ਘਰ ਜਾ ਚੁੱਕੇ ਨੇ। ਇੱਕ ਮਰੀਜ਼ ਲੁਧਿਆਣਾ ਦੇ ਵਿੱਚ ਜ਼ੇਰੇ ਇਲਾਜ ਹੈ। ਸੋ ਲਗਾਤਾਰ ਕਰੋਨਾ ਪੋਜ਼ਿਟਿਵ ਮਰੀਜ਼ਾਂ ਨੂੰ ਲੈ ਕੇ ਸਿਹਤ ਮਹਿਕਮੇ ਦੇ ਵੱਲੋਂ ਵਾਰ-ਵਾਰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ। ਲਗਾਤਾਰ ਸੈਂਪਲਿੰਗ ਹੋ ਰਹੀ ਹੈ। ਹੁਣ ਤੱਕ 900 ਤੋਂ ਵੱਧ ਰਿਪੋਰਟਾਂ ਜਾ ਚੁੱਕੀਆਂ ਨੇ। 578 ਤੋਂ ਵੱਧ ਜਿਹੜੀਆਂ ਨੈਗੇਟਿਵ ਆ ਚੁੱਕੇ ਨੇ। 41 ਮਰੀਜ਼ ਜਿਹੜੇ ਆ ਉਹ ਪੋਜ਼ਿਟਿਵ ਪਾਏ ਜਾ ਚੁੱਕੇ ਨੇ। ਸੋ ਲਗਾਤਾਰ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕਰੋਨਾ ਆਪਣੇ ਪੈਰ ਪਸਾਰ ਰਿਹਾ ਹੈ। ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਆਖਿਆ ਜਾ ਰਿਹਾ ਕਿ ਘਰਾਂ ਦੇ ਵਿੱਚ ਰਹੋ, ਬਿਨਾਂ ਕੰਮ ਤੋਂ ਘਰਾਂ ਤੋਂ ਨਾ ਨਿਕਲੋ। ਜੇਕਰ ਇਸੇ ਤਰੀਕੇ ਨਾਲ ਇਹ ਕਰੋਨਾ ਵੱਧਦਾ ਰਿਹਾ, ਇਸੇ ਤਰੀਕੇ ਨਾਲ ਲੋਕ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਅਣਾਉਂਦੇ ਰਹੇ ਤਾਂ ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਰੀ ਸਥਿਤੀ ਹੈ ਬਹੁਤ ਖਤਰਨਾਕ ਬਣ ਜਾਏਗੀ। ਸੋ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਕਰੋਨਾ ਦੇ ਫਿਲਹਾਲ 41 ਮਰੀਜ਼ ਨੇ ਔਰ ਇਸੇ ਅੰਕੜੇ ਦੇ ਨਾਲ ਜਲੰਧਰ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੇ ਨਾਲ ਪੰਜਾਬ ਦੇ ਵਿੱਚ ਦੂਸਰੇ ਨੰਬਰ ਤੇ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਮਜ਼ਗੀ, PTC ਨਿਊਜ਼ ਜਲੰਧਰ।